ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਵੀ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ। ਜਿਹੜਾ ਸ਼ਬਦ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਅੰਕਿਤ ਹੈ। ਬਾਣੀ ਦਾ ਫਰਮਾਨ ਹੈ, ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, तेरे संतन की हों चेरी रहाओ। हस तो जाए सो रोबत आवे, रोबत जाए सो हसे। बस तो होए सो उजर, उजर होए सो बसे। भगत कबीर जी आखते हैं, ए राजा राम, ए राजा मेरे प्रभु, ए राजा अल्लाह करीम, तेरी गत मित किसी ने नहीं जानी। तेरी की मर्यादा है कोई नहीं जान सकता। मित नहीं जानी तेरी, तेरी मर्यादा नूं मित नूं कोई नहीं जान सकता। तेरे संतन की हों चेरी, तेरे संतां दे बलिहार जिहड़ा तेरा नाम जपदे हन। कबीर सेवा को दोए भले, एक संत एक राम, राम जो दाता मुक्त को संत जपावे नाम। तेरे संतां दी, तेरे भगतां दी, तेरे दासां दी वडियाई कही नहीं जाती। उन्हां दी मैं चेरी हाँ, भाव उन्हां दी दासी हाँ। वो मेरे ते बख्शिश करन, तेरा नाम मैनूं बख्शिश करन ते तेरा नाम जपाउण रहाओ। हस तो जाए सो रोबत आवे, रोबत जाए सो हसे। ਜਿਹੜਾ ਇੱਥੋਂ ਹੱਸਦਾ ਜਾਂਦਾ ਹੈ ਉਹ ਅੱਗੇ ਜਾ ਕੇ ਰੋਂਦਾ ਹੈ। ਜਿਹੜਾ ਰੋਂਦਾ ਆਉਂਦਾ ਹੈ ਉਹ ਫਿਰ ਹੱਸਦਾ ਹੈ। ਭਾਵ ਤੇਰੀ ਗਤੀ ਨੂੰ ਜਾਣ ਨਹੀਂ ਕੋਈ ਸਕਦਾ। ਜਿਹੜਾ ਅੱਜ ਹੱਸਦਾ ਹੈ ਉਹ ਕੱਲ੍ਹ ਰੋਂਦਾ ਹੈ, ਜਿਹੜਾ ਕੱਲ੍ਹ ਰੋਂਦਾ ਹੈ ਉਹ ਪਰਸੋਂ ਹੱਸਦਾ ਹੈ। ਐਸੀ ਤੇਰੀ ਮਰਜ਼ਾਦਾ ਨੂੰ, ਮਿੱਤ ਨੂੰ, ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਇਹ ਸਮੇਂ ਦੇ ਕਾਲ ਦਾ ਚੱਕਰ ਹੈ। ਕਦੀ ਅਰਧ ਜਾਂਦਾ ਹੈ, ਕਦੀ ਊਰਧ ਜਾਂਦਾ ਹੈ। ਇਸ ਦੀ ਗਤੀ ਜਾਣੀ ਨਹੀਂ ਜਾਂਦੀ। ਬਸ ਤੋਂ ਹੋਏ ਸੋ ਉਜਰ, ਉਜਰ ਹੋਏ ਸੋ ਵਸੈ। ਜਿੱਥੇ ਬਸਦੇ ਹਨ ਲੋਕ, ਬਸਤੀ ਹੈ, ਉੱਥੇ ਉਜਾੜ ਹੋ ਜਾਂਦੀ ਹੈ। ਬਸ ਤੋਂ ਹੋਏ ਸੋ ਉਜਰ, ਉੱਥੇ ਉੱਜੜ ਜਾਂਦਾ ਹੈ ਜਿੱਥੇ ਬਸਤੀ ਹੁੰਦੀ ਹੈ। ਜਿੱਥੇ ਉੱਜੜਿਆ ਥਾਂ ਹੁੰਦਾ ਹੈ, ਸਮੇਂ ਦੇ ਮੁਤਾਬਕ ਉੱਥੋਂ ਬਸੋਂ ਹੋ ਜਾਂਦੀ ਹੈ, ਉੱਥੇ ਬਸਤੀਆਂ ਬਣ ਜਾਂਦੀਆਂ ਹਨ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਜਿੱਥੇ ਜਲ ਹੈ ਉੱਥੇ ਥਲ ਬਣ ਜਾਂਦਾ ਹੈ, ਜਿੱਥੇ ਥਲ ਹੈ ਉੱਥੇ ਕੂਪ, ਕੂਆ ਬਣ ਜਾਂਦਾ ਹੈ। ਭਾਵ ਉੱਚਿਆਂ ਨੂੰ ਨੀਵੇਂ ਕਰ ਦਿੰਦਾ ਹੈ ਅਤੇ ਨੀਵਿਆਂ ਨੂੰ ਉੱਚੇ ਕਰ ਦਿੰਦਾ ਹੈ। ਇਹ ਪ੍ਰਭੂ ਦੀ ਮਰਜ਼ਾਦਾ ਹੈ। ਕੂਪ ਤੇ ਮੇਰ ਕਰਾਵੇ। ਜਿੱਥੇ ਕੂਆ ਹੁੰਦਾ ਹੈ ਉੱਥੇ ਸਮੀਰ ਪਰਬਤ ਜਿੱਡਾ ਪਹਾੜ ਖੜ੍ਹਾ ਹੋ ਜਾਂਦਾ ਹੈ। ਧਰਤੀ 'ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ। ਧਰਤੀ ਤੋਂ ਆਕਾਸ਼ ਨੂੰ ਲੈ ਜਾਂਦਾ ਹੈ ਅਤੇ ਆਕਾਸ਼ ਤੋਂ ਫਿਰ ਥੱਲੇ ਸਿੱਟ ਦਿੰਦਾ ਹੈ। ਇਹ ਉਸ ਦੀ ਲੀਲਾ ਹੈ, ਉਸ ਦੀ ਵਡਿਆਈ ਹੈ। ਚੜ੍ਹੇ ਆਕਾਸ਼ ਗਿਰਾਵੇ। ਅੱਜ ਜੋ ਉੱਪਰ ਦਿਖਦੇ ਹਨ ਲੋਕ, ਉਹ ਕਦੀ ਥੱਲੇ ਆ ਕੇ ਡਿੱਗ ਪੈਣਗੇ। ਜਿਹੜੇ ਥੱਲੇ ਹਨ ਉਹ ਆਕਾਸ਼ ਵਿੱਚ ਚੜ੍ਹ ਜਾਣਗੇ। ਇਹ ਪ੍ਰਭੂ ਦੀ ਮਰਜ਼ਾਦਾ ਹੈ। ਭੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭੇਖਾਰੀ। ਭੇਖਾਰੀ ਤੋਂ ਰਾਜ ਕਰਾਉਂਦਾ ਹੈ ਅਤੇ ਰਾਜਾ ਨੂੰ ਭੇਖਾਰੀ ਬਣਾ ਦਿੰਦਾ ਹੈ। ਕਿਸੇ ਸਮੇਂ ਦੇ ਵਿੱਚ ਕੋਈ ਰਾਜਾ ਰਾਜ ਕਰਦਾ ਸੀ। ਉਸ ਦੀ ਸੰਤਾਨ ਕੋਈ ਨਹੀਂ ਸੀ। ਪਿਆਰੀ ਸਾਧ ਸੰਗਤ, ਉਹਦਾ ਅੰਤ ਸਮਾਂ ਆ ਗਿਆ, ਉਸ ਦਾ ਅੰਤ ਹੋ ਗਿਆ। ਉਸ ਦੀ ਦੇਹ ਨੂੰ ਰਾਤ ਨੂੰ ਰੱਖਿਆ ਹੋਇਆ ਹੈ। ਮੰਤਰੀ ਸੰਤਰੀ ਕੋਲ ਬੈਠੇ ਹਨ, ਵਿਚਾਰ ਕਰਦੇ ਹਨ ਕਿ ਰਾਜਾ ਕਿਸ ਨੂੰ ਬਣਾਇਆ ਜਾਵੇ। ਰਾਤ ਨੂੰ ਇਹ ਵਿਚਾਰ ਕੀਤੀ ਕਿ ਸਾਡਾ ਰਾਜਾ ਉਹ ਹੋਵੇਗਾ ਜਿਹੜਾ ਸੁਬਾਹ, ਜਿਹੜਾ ਵੱਡਾ ਗੇਟ ਹੈ ਸ਼ਹਿਰ ਦਾ, ਨਗਰ ਦਾ, ਉੱਥੋਂ ਦੀ ਜਿਹੜਾ ਪਹਿਲਾ ਬੰਦਾ ਅੰਦਰ ਆਏਗਾ ਉਹਨੂੰ ਅਸੀਂ ਆਪਣਾ ਰਾਜਾ ਬਣਾਵਾਂਗੇ।
ਕੀ ਹੋਇਆ ਕਿ ਸੁਬਾਹ ਗੇਟ ਖੋਲ੍ਹ ਦਿੱਤਾ ਗਿਆ। ਤੜਕੇ ਦਾ ਸਮਾਂ ਸੀ ਅਤੇ ਇੱਕ ਸੰਤ ਨੂੰ ਕਿਤੇ ਭੁੱਖ ਲੱਗੀ। ਉਹ ਨਗਰ ਦੇ ਵਿੱਚ ਤੜਕੇ ਆਇਆ ਅਤੇ ਉਹ ਗੇਟ ਦੇ ਵਿੱਚ ਅੰਦਰ ਵੜ ਗਿਆ। ਜਦੋਂ ਗੇਟ ਦੇ ਵਿੱਚ ਅੰਦਰ ਵੜਿਆ ਅਤੇ ਰਾਜ ਦਰਬਾਰੀਆਂ ਨੇ ਉਸ ਨੂੰ ਪਕੜ ਲਿਆ। ਸੰਤ ਨੂੰ ਆਖਦੇ ਹਨ ਕਿ ਚਲੋ ਸਾਡੇ ਨਾਲ। ਉਹ ਕਹਿੰਦੇ ਮੈਂ ਕੀ ਗੁਨਾਹ ਕੀਤਾ ਹੈ, ਮੈਨੂੰ ਤੁਸੀਂ ਕਿਉਂ ਪਕੜਦੇ ਹੋ? ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਗੁਨਾਹ ਕੋਈ ਨਹੀਂ ਕੀਤਾ, ਤੁਸੀਂ ਦਰਬਾਰ ਦੇ ਵਿੱਚ ਚਲੋ, ਤੁਹਾਨੂੰ ਰਾਜ ਦੇ ਵਿੱਚ ਦਰਬਾਰ ਦੇ ਵਿੱਚ ਬੁਲਾਇਆ ਗਿਆ ਹੈ। ਉੱਥੇ ਲੈ ਗਏ। ਜਦੋਂ ਉਹ ਸੰਤ ਨੇ ਜਾ ਕੇ ਦੇਖਿਆ ਕਿ ਉੱਥੇ ਰਾਜੇ ਦੀ ਮ੍ਰਿਤਕ ਦੇਹ ਪਈ ਹੈ ਅਤੇ ਉਹਦਾ ਜੋ ਕਿਰਿਆਕਰਮ ਕੀਤਾ ਗਿਆ ਦਿਨੇ, ਅਤੇ ਉਸ ਸੰਤ ਨੂੰ ਕਿਹਾ ਗਿਆ ਕਿ ਮਹਾਰਾਜ ਅੱਜ ਤੋਂ ਬਾਅਦ ਤੁਸੀਂ ਸਾਡੇ ਰਾਜੇ ਹੋ। ਉਹ ਸੰਤ ਨੇ ਕਿਹਾ ਕਿ ਮੈਂ ਰਾਜਾ ਤੁਹਾਡਾ ਕਿਸ ਤਰ੍ਹਾਂ ਬਣ ਸਕਦਾ, ਮੈਂ ਤਾਂ ਸੰਤ ਹਾਂ, ਰੋਟੀ ਮੈਂ ਮੰਗ ਕੇ ਖਾਂਦਾ ਹਾਂ, ਮੈਂ ਜੰਗਲ ਦੇ ਵਿੱਚ ਰਹਿ ਕੇ ਤਪੱਸਿਆ ਕਰਦਾ ਹਾਂ ਝੌਂਪੜੀ ਦੇ ਵਿੱਚ। ਤਾਂ ਕਹਿੰਦੇ ਨਹੀਂ ਸੰਤ ਜੀ, ਤੁਸੀਂ ਆਪਣੇ ਵਸਤਰ ਉਤਾਰ ਦੇਵੋ ਅਤੇ ਰਾਜ ਵਸਤਰ ਪਹਿਨੋ। ਸਾਰਿਆਂ ਦੇ ਉੱਤੇ ਕਹਿਣ ਦੇ ਉੱਤੇ ਜ਼ਬਰਦਸਤੀ ਇਹ ਕੰਮ ਹੋਇਆ। ਇਹ ਸੰਤਾਂ ਵਾਲੇ ਵਸਤਰ ਸਾਨੂੰ ਉਤਾਰ ਦਿੱਤੇ ਗਏ। ਉਸਦਾ ਚਿੱਪੀ ਸੋਟਾ ਚਮਟਾ ਜਿਹੜਾ ਸੀ, ਖੜਾਵਾਂ, ਉਹ ਉਤਾਰ ਦਿੱਤੀਆਂ ਗਈਆਂ, ਰਖਾ ਦਿੱਤੀਆਂ ਗਈਆਂ ਅਤੇ ਉਸਨੂੰ ਰਾਜ ਵਸਤਰ ਪਹਿਨਾ ਕੇ ਸਿਰ ਦੇ ਉੱਤੇ ਮੁਕਟ ਲਾ ਦਿੱਤਾ, ਰਾਜ ਸਿੰਘਾਸਣ ਦੇ ਉੱਤੇ ਬਿਠਾ ਦਿੱਤਾ, ਤਿਲਕ ਲਾ ਦਿੱਤਾ। ਉਹ ਸੰਤ ਦੇਖਦਾ ਹੈ ਕਿ ਦੇਖੋ ਪ੍ਰਭੂ ਦੀ ਮੌਜ ਕੀ ਹੈ, ਮੈਂ ਭਿਕਸ਼ਾ ਲੈਣ ਆਇਆ ਸੀ, ਮੈਨੂੰ ਇਹਨਾਂ ਰਾਜਾ ਬਣਾ ਦਿੱਤਾ। ਉਸਨੇ ਸੰਤ ਵਿਚਾਰਵੰਤ ਸੀ, ਉਸਨੇ ਇਹ ਕਿਹਾ ਕਿ ਇਹ ਜਿਹੜੇ ਮੇਰੇ ਵਸਤਰ ਹਨ, ਮੇਰਾ ਚਿੱਪੀ ਹੈ, ਮੇਰੀਆਂ ਖੜਾਵਾਂ ਹਨ, ਮੇਰਾ ਚਿਮਟਾ ਹੈ, ਇਹ ਤੁਸੀਂ ਸੰਭਾਲ ਕੇ ਰੱਖ ਲਵੋ। ਇੱਕ ਬਕਸੇ ਦੇ ਵਿੱਚ ਬੰਦ ਕਰਕੇ ਉਹਦਾ ਸਮਾਨ ਰੱਖ ਦਿੱਤਾ ਗਿਆ। ਕੁਝ ਸਮਾਂ ਰਾਜ ਚੱਲਦਾ ਰਿਹਾ, ਵਧੀਆ ਚੱਲਿਆ। ਕੀ ਹੋਇਆ ਕਿ ਕਿਸੇ ਲਾਗੇ ਦੇ ਰਾਜੇ ਨੇ ਚੜ੍ਹਾਈ ਕਰ ਦਿੱਤੀ ਉਸ ਦੇਸ਼ ਦੇ ਉੱਤੇ, ਜਿਸ ਦੇਸ਼ ਦੇ ਵਿੱਚ ਉਹ ਸਾਧੂ ਸੰਤ ਬਣਿਆ ਹੋਇਆ ਸੀ, ਆਪਣੇ ਰਾਜਾ ਬਣਿਆ ਹੋਇਆ ਸੀ। ਅਤੇ ਜਦੋਂ ਹੁਣ ਦੂਸਰੇ ਦੇਸ਼ ਦਾ ਰਾਜਾ ਚੜ੍ਹਾਈ ਕਰਕੇ ਆ ਗਿਆ ਅਤੇ ਉਹ ਮੰਤਰੀ ਸੰਤਰੀ ਆਖਦੇ ਹਨ ਕਿ ਮਹਾਰਾਜ ਜੀ, ਰਾਜਾ ਚੜ੍ਹਾਈ ਕਰਕੇ ਆ ਗਿਆ ਹੈ, ਲੜਨਾ ਪੈਣਾ, ਹੁਣ ਫੌਜਾਂ ਦੇ ਨਾਲ ਅਗਵਾਈ ਕਰੋ। ਅਤੇ ਉਹ ਕਹਿੰਦੇ ਮੈਂ ਤਾਂ ਕਦੀ ਲੜਿਆ ਨਹੀਂ। ਅਤੇ ਕਹਿੰਦੇ ਨਹੀਂ ਮਹਾਰਾਜ, ਹੁਣ ਤੁਹਾਨੂੰ ਹੁਕਮ ਦੇਣਾ ਪੈਣਾ ਲੜਨੇ ਦਾ। ਵਿਚਾਰਵਾਨ ਸੀ, ਚਲੇ ਗਏ। ਜਦੋਂ ਦੂਸਰੇ ਰਾਜ ਦੀਆਂ ਫੌਜਾਂ ਸਾਹਮਣੇ ਦੇਖੀਆਂ, ਆਪਣਾ ਰੱਥ ਉੱਥੇ ਰੋਕ ਲਿਆ ਉਸ ਰਾਜੇ ਨੇ, ਸੰਤ ਨੇ, ਔਰ ਚੱਲ ਕੇ ਉਹ ਉਸ ਦੂਸਰੇ ਰਾਜੇ ਦੇ ਕੋਲ ਜਾਣ ਲੱਗਿਆ ਹੈ। ਉਹ ਕਹਿੰਦੇ ਮਹਾਰਾਜ, ਉਹ ਸਾਡਾ ਦੁਸ਼ਮਣ ਹੈ, ਤੁਸੀਂ ਉਸ ਕੋਲ ਕੀ ਕਰਨ ਚੱਲੇ ਹੋ? ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਮੇਰਾ ਪਹਿਲੇ ਵਾਲਾ ਪਹਿਰਾਵਾ ਹੈ ਸੰਤ ਮਤ ਦਾ, ਉਹ ਪਗਵੇਂ ਕੱਪੜੇ ਲਿਆਓ, ਮੇਰਾ ਚਿੱਪੀ ਸੋਟਾ ਲਿਆਓ, ਖੜਾਵਾਂ ਲਿਆਓ, ਚਿਮਟਾ ਲਿਆਓ। ਲਿਆਂਦਾ ਗਿਆ। ਰਾਜ ਵਸਤਰ ਉਹਨਾਂ ਨੇ ਲਾ ਦਿੱਤੇ ਤਾਂ ਉਹ ਪਾ ਲਿਆ ਫਕੀਰਾਂ ਵਾਲਾ ਬਾਣਾ ਪਾ ਕੇ, ਤਾਂ ਉਹ ਤੁਰੇ ਜਾਂਦੇ ਹਨ ਰਾਜੇ ਦੇ ਕੋਲ। ਜਿਹੜਾ ਸਾਹਮਣੇ ਰਾਜਾ ਦੁਸ਼ਮਣ ਹੈ, ਉਹ ਦੇਖਦਾ ਹੈ ਕਿ ਸੰਤ ਕੋਈ ਤੁਰਿਆ ਆਉਂਦਾ ਹੈ ਮੇਰੇ ਵੱਲ, ਇਹ ਕੌਣ ਹੈ? ਪਤਾ ਕਰਾਇਆ ਤਾਂ ਉਹਨਾਂ ਨੇ ਕਿਹਾ ਵੀ ਇਹੋ ਹੀ ਰਾਜਾ ਹੈ ਜਿਹੜਾ ਸੰਤ ਉੱਥੇ ਰਾਜਾ ਬਣਿਆ ਹੋਇਆ ਸੀ, ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਜਿਹੜਾ ਦੁਸ਼ਮਣ ਸੀ, ਉਹ ਉਤਰ ਕੇ ਰੱਥ ਤੋਂ ਆਇਆ ਅਤੇ ਆ ਕੇ ਮਿਲਿਆ। ਅਤੇ ਉਹ ਸੰਤ ਜਿਨ੍ਹਾਂ ਨੇ ਰਾਜ ਵਸਤਰ ਪਹਿਲਾਂ ਪਾਏ ਹੋਏ ਸਨ, ਬਾਅਦ ਦੇ ਵਿੱਚ ਸੰਤ ਬਣੇ, ਪਹਿਲਾਂ ਵੀ ਸੰਤ ਸੀ, ਉਹ ਆ ਕੇ ਕਹਿੰਦੇ ਹਨ ਕਿ ਕਹਿੰਦੇ ਰਾਜਨ, ਤੂੰ ਸਾਡੇ ਦੇਸ਼ ਦੇ ਉੱਤੇ ਚੜ੍ਹਾਈ ਲੱਗਾ ਹੈ ਕਰਨ, ਇਤਨਾ ਕਤਲੇਆਮ ਹੋਵੇਗਾ, ਸਾਰੇ ਲੋਕਾਂ ਦੀ ਮੌਤ ਹੋਵੇਗੀ, ਇਤਨਾ ਖੂਨ ਵਹੇਗਾ, ਕਈ ਇਸਤਰੀਆਂ ਵਿਧਵਾ ਹੋ ਜਾਣਗੀਆਂ, ਮਾਵਾਂ ਦੇ ਪੁੱਤ ਮਰ ਜਾਣਗੇ, ਕਿਉਂ? ਤੈਨੂੰ ਰਾਜ ਚਾਹੀਦਾ ਹੈ? ਮੈਂ ਵਸਤਰ ਪਹਿਲਾਂ ਹੀ ਸੰਤਾਂ ਦੇ ਪਾ ਲਏ ਹਨ, ਤੁਸੀਂ ਇਹ ਰਾਜ ਚਲਾਓ, ਇਹ ਦੇਸ਼ ਨੂੰ ਵੀ ਸੰਭਾਲੋ, ਅਤੇ ਮੈਂ ਤਾਂ ਤਪੱਸਿਆ ਕਰਨ ਵਾਲਾ ਸੰਤ ਹਾਂ। ਅਤੇ ਉਹ ਬੜੇ ਹੈਰਾਨ ਹੋਏ। ਰਾਜਾ ਕਹਿੰਦਾ ਮਹਾਰਾਜ, ਤੁਹਾਡੇ ਤਿਆਗ ਨੂੰ ਬਲਿਹਾਰ, ਤੁਸੀਂ ਰਾਜ ਨੂੰ ਵੀ ਲੱਤ ਮਾਰ ਦਿੱਤੀ। ਅਤੇ ਜਿਸ ਤਰ੍ਹਾਂ ਕਿਸੇ ਨੇ ਕਿਹਾ ਹੋਇਆ ਹੈ ਕਿ ਜਿਹਾ ਰਾਜ ਸਿੰਘਾਸਣ ਅਤੇ ਤਿਹਾ ਭਿਕਸ਼ਾ ਕਾ ਆਟਨ, ਜੇ ਭਿਕਸ਼ਾ ਦੇ ਵਿੱਚ ਆਟਾ ਪੈ ਗਿਆ ਅਤੇ ਜਾਂ ਰਾਜ ਸਿੰਘਾਸਣ ਮਿਲ ਗਿਆ, ਉਹ ਇੱਕ ਸਮਾਨ ਹੋਵੇ, ਉਸਤਤ ਦੀ ਨਿੰਦਿਆ ਇੱਕ ਸਮਾਨ ਹੋਵੇ, ਰਾਜ ਭਾਗ ਦੇ ਭਿਖਾਰੀ ਪੁਣਾ ਇੱਕ ਸਮਾਨ ਹੋਵੇ, ਐਸੀ ਬਿਰਤੀ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਹੋ ਸਕਦੀ ਹੈ, ਦੂਸਰੇ ਦੀ ਨਹੀਂ। ਅਤੇ ਬਾਣੀ ਆਖਦੀ ਹੈ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਸੰਤ
ਭਿਕਸ਼ਾ ਲੈਣ ਲਈ ਆਇਆ ਸੀ ਨਗਰ ਦੇ ਵਿੱਚ, ਅਤੇ ਉਸਨੂੰ ਉਹਨਾਂ ਨੇ ਰਾਜਾ ਬਣਾ ਦਿੱਤਾ। ਉਸ ਤੋਂ ਬਾਅਦ ਉਸਨੇ ਫਿਰ ਆਪਣੇ ਆਪਣਾ ਵਸਤਰ ਲਾ ਕੇ ਅਤੇ ਸੰਤਾਂ ਵਾਲੇ ਵਸਤਰ ਪਾ ਕੇ ਉਸ ਦੂਸਰੇ ਦੇਸ਼ ਦੇ ਰਾਜੇ ਨੂੰ ਉਹ ਵੀ ਰਾਜ ਸੌਂਪ ਦਿੱਤਾ। ਅਤੇ ਉਹ ਰਾਜਾ ਆਖਦਾ ਹੈ ਕਿ ਮਹਾਰਾਜ ਮੈਂ ਰਾਜ ਨਹੀਂ ਲੈਣਾ, ਮੈਂ ਕੁਛ ਨਹੀਂ ਕਰਨਾ, ਮੈਂ ਵਾਪਸ ਜਾ ਰਿਹਾ ਹਾਂ, ਤੁਸੀਂ ਜਿਸ ਨੂੰ ਮਰਜ਼ੀ ਰਾਜਾ ਬਣਾਓ। ਅਤੇ ਉਹਨਾਂ ਨੇ, ਉਹ ਫਕੀਰ ਸੰਤ ਨੇ ਕਿਹਾ ਆਪਣੀ ਪ੍ਰਜਾ ਨੂੰ, ਮੰਤਰੀਆਂ ਸੰਤਰੀਆਂ ਨੂੰ ਪਾਈ ਕਿ ਮੈਂ ਚੱਲਿਆ ਹਾਂ ਜੰਗਲ ਨੂੰ, ਅਤੇ ਤੁਸੀਂ ਆਪਣਾ ਰਾਜ ਪਾਟ ਸੰਭਾਲੋ ਅਤੇ ਆਪਣਾ ਰਾਜਾ ਕੋਈ ਹੋਰ ਲੱਭੋ। ਉਹ ਜੰਗਲ ਨੂੰ ਚਲੇ ਗਏ। ਅਤੇ ਬਾਣੀ ਆਖਦੀ ਹੈ, ਭੇਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਧਾਰੀ। ਖਲ ਜਿਹੜਾ ਹੈ ਮੂਰਖ ਹੁੰਦਾ ਹੈ, ਉਸ ਨੂੰ ਪੰਡਤ ਬਣਾਉਂਦਾ ਹੈ, ਤਾਂ ਪੰਡਤ ਨਾਮ ਹੈ ਵਿਚਾਰਵਾਨ ਦਾ, ਬੁੱਧੀਮਾਨ ਦਾ। ਅਸਲ ਵਿੱਚ ਇਹ ਜਿਹੜਾ ਪੰਡਤ ਲਫ਼ਜ਼ ਹੈ, ਇਹ ਹੈ ਸੰਸਕ੍ਰਿਤ ਦਾ ਲਫ਼ਜ਼। ਪੰਡਾ ਨਾਮ ਹੈ ਆਤਮ ਵਿਛਾਣੀ ਬੁੱਧੀ ਦਾ। ਜਿਸ ਦੀ ਆਤਮਾਕਾਰ ਬਿਰਤੀ ਹੋ ਜਾਵੇ ਔਰ ਬੁੱਧੀ ਉਸ ਨੂੰ ਗ੍ਰਹਿਣ ਕਰੇ, ਉਸ ਦਾ ਨਾਮ ਪੰਡਾ ਹੈ। ਜਿਸ ਦੀ ਬੁੱਧੀ ਹੋ ਜਾਵੇ ਪੰਡਤਾਂ ਵਾਲੀ, ਵਿਚਾਰਵਾਨ, ਉਸ ਨੂੰ ਪੰਡਤ ਆਖਦੇ ਹਨ। ਪੰਡਾ ਨਾਮ ਹੈ ਆਤਮ ਵਿਛਾਣੀ ਬੁੱਧੀ ਦਾ, ਔਰ ਜਿਸ ਦੀ ਆਤਮ ਵਿਛਾਣੀ ਬੁੱਧੀ ਹੈ ਉਸ ਦਾ ਨਾਮ ਹੈ ਪੰਡਤ। ਅਤੇ ਬਾਣੀ ਆਖਦੀ ਆ, ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਬਣਾ ਦਿੰਦੀ ਹੈ ਕਿਰਪਾ ਪਰਮੇਸ਼ਰ ਦੀ। ਪੰਡਤ ਤੇ ਮੁਗਧਾਰੀ, ਜਦੋਂ ਕਿਤੇ ਬੁਰਾ ਸਮਾਂ ਆਉਂਦਾ ਹੈ ਅਤੇ ਉਸ ਵਿਚਾਰਵਾਨ ਪੰਡਤ ਨੂੰ ਵੀ ਮੁਗਧ ਮੂਰਖ ਬਣਨਾ ਪੈਂਦਾ ਹੈ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਨਾਰੀ ਤੋਂ ਪੁਰਸ਼ ਬਣਾ ਦਿੰਦਾ ਹੈ, ਪੁਰਸ਼ਾਂ ਤੋਂ ਨਾਰੀ ਬਣ ਜਾਂਦੀ ਹੈ। ਪੁਰਾਤਨ ਸਮੇਂ ਦੀਆਂ ਗਾਥਾਵਾਂ ਦੇ ਵਿੱਚ ਇਹ ਦਰਜ ਹੈ, ਪੁਰਾਣਾਂ ਦੇ ਵਿੱਚ, ਕਿ ਕਿਸ ਤਰ੍ਹਾਂ ਇਸਤਰੀਆਂ ਤੋਂ ਪੁਰਸ਼ ਬਣੇ, ਪੁਰਸ਼ ਤੋਂ ਇਸਤਰੀਆਂ ਬਣੀਆਂ। ਅਤੇ ਇਹ ਉਹਦੀ ਗਤੀ ਹੈ ਪਰਮੇਸ਼ਰ ਦੀ, ਕੋਈ ਜਾਣ ਨਹੀਂ ਸਕਦਾ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਭਗਤ ਕਬੀਰ ਜੀ ਆਖਦੇ ਹਨ ਕਿ ਐਸੇ ਸਾਧੂ ਤੋਂ ਮੈਂ ਸਦਾ ਸਦਾ ਬੱਲੇ ਬੱਲੇ ਹਾਰ ਜਾਂਦਾ ਹਾਂ। ਕੈਸੇ ਸਾਧੂ ਤੋਂ? ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਔਰ ਜਿਹੜਾ ਸਮਬਿਰਤੀ ਹੈ, ਜਿਹੜਾ ਮੂਰਖ ਨੂੰ ਔਰ ਪੰਡਤ ਨੂੰ ਇੱਕ ਸਮਾਨ ਦੇਖਦਾ ਹੈ, ਜਿਹੜਾ ਮਿੱਟੀ ਨੂੰ ਔਰ ਸੋਨੇ ਨੂੰ ਇੱਕ ਸਮਾਨ ਦੇਖਦਾ ਹੈ, ਜਿਹੜਾ ਊਚ ਨੂੰ ਔਰ ਨੀਚ ਨੂੰ ਇੱਕ ਸਮਾਨ ਦੇਖਦਾ ਹੈ, ਇਸਤਰੀ ਔਰ ਪੁਰਸ਼ ਨੂੰ ਇੱਕ ਸਮਾਨ ਦੇਖਦਾ ਹੈ। ਐਸੀ ਜੋ ਮੂਰਤ ਹੈ, ਭਾਵ ਐਸਾ ਜੋ ਸਰੀਰ ਹੈ, ਤੇ ਸਮੂਰਤ ਬਲਿਹਾਰੀ। ਭਗਤ ਕਬੀਰ ਜੀ ਕਹਿੰਦੇ ਹਨ ਕਿ ਐਸੀ ਮੂਰਤ ਨੂੰ, ਐਸੇ ਪਰਮੇਸ਼ਰ ਦੇ ਪਿਆਰਿਆਂ ਨੂੰ, ਐਸੇ ਅੱਲਾ ਦੇ ਬਖਸ਼ੇ ਹੋਏ ਰੱਬ ਦੇ ਭਗਤਾਂ ਨੂੰ ਮੈਂ ਸਦਾ ਸਦਾ ਲਈ ਨਮਸਕਾਰ ਕਰਦਾ ਹਾਂ। ਉਹਨਾਂ ਦੀ ਮੂਰਤ ਤੋਂ ਬਲਿਹਾਰ ਹੈ, ਉਹਨਾਂ ਦੇ ਦਰਸ਼ਨ ਤੋਂ ਬਲਿਹਾਰ ਹੈ। ਭਗਤ ਕਬੀਰ ਜੀ ਐਸੀ ਉਪਮਾ ਸਾਧੂ ਦਿੰਦੇ ਹਨ, ਉਹ ਮੇਰੇ ਪ੍ਰੀਤਮ ਹਨ, ਉਹ ਮੇਰੇ ਸਾਧੂ ਹਨ, ਉਹ ਮੇਰੇ ਪਿਆਰੇ ਹਨ, ਉਹ ਮੇਰੇ ਸੱਜਣ ਹਨ। ਐਸੀ ਮੂਰਤ ਤੋਂ ਮੈਂ ਸਦਾ ਸਦਾ ਲਈ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।